लड़ीवार कथा गुरु पातशाह की पावन बाणी की आप जी सरवण कर रहे हो। सतगुरां दे तरस नाल राग तिलंग की समाप्ति हुई। अज राग सूही प्रारंभ हो रहा है। सूहबता सुहागणी राग सूही, सूहा राग, सुहागणा दा राग। सूही राग सुहागणा दा राग। दयानित स्वामी जी राग सूही विच सानू लावां दा उपदेश भी बख्शदे ने, सिक्ख्या प्रदान करते ने। लावां तो पहला जिहड़ा शब्द है वो शब्द सिक्ख्या है। जिवें दंपति नूं सुभाग जोड़े नूं सिक्ख्या दित्ती जांदी। सूही विच मेरे पातशाह कुचज्जी दा जिक्र करते ने, सुचज्जी दा जिक्र करते ने, गुणवंती दा जिक्र करते ने। ये बड़ा प्यारा राग मेरे पातशाह ने गायन किया है। 728 अंग ते अज राग प्रारंभ हो रहा है। जदों ये प्रैसां आईयां, पहला हथ लिखत स्वरूप सन, फिर पत्थर दे छापे दे स्वरूप छपन लगे। मुड़ के जिवें जिवें तरक्की हुई, फिर प्रैसां लगियां ते लाहौर दे विच महाराज जी दे स्वरूप छपदे सी। ਜਿਹੜੇ ਬਾਅਦ ਵਿੱਚ ਪ੍ਰੈਸ ਵਿੱਚ ਸਰੂਪ ਛਪਦੇ ਨੇ, ਉਹਨਾਂ ਸਰੂਪਾਂ ਦੇ ਅੰਗਾਂ ਦੀ ਗਿਣਤੀ 1430 ਹੈ। ਉਸ ਤੋਂ ਪਹਿਲਾਂ ਜਦੋਂ ਪ੍ਰੈਸਾਂ ਨਹੀਂ ਸਨ, ਹੱਥਾਂ ਨਾਲ ਸਰੂਪ ਲਿਖੇ ਜਾਂਦੇ ਸਨ ਜਾਂ ਪੱਥਰ ਦੇ ਛਾਪੇ ਦੇ ਸਰੂਪ ਸਨ, ਉਦੋਂ ਅੰਗਾਂ ਦੀ ਤਰਤੀਬ ਐਸੀ ਨਹੀਂ ਸੀ। ਉਸ ਵਕਤ ਕਈ ਬੀੜਾਂ ਦੇ ਅੰਗ 1700 भी ने, कईयां दे 800 अंग भी ने। पत्रे हुंदे सन, पत्रे के दोवां पासियां दे एक पत्रा बन जांदा। हथ लिखत स्वरूप जिहड़े वो पत्रियां वाले हुंदे। जदों बाद विच प्रैसां आईयां, उदों अंग मुकर्रर कर दिते। वो शब्द किहड़े अंग ते आवेगा वो मुकर्रर हो गया, तां जो पढ़न विच सुखैन हो सकी है। तो 728 अंग ते महाराज जी का राग सूही प्रारंभ हो रहा है। गुरुदेव जी मंगलाचरण करते हैं। आओ सरवण करन तो पहला जगत गुरु बाबा जी धन गुरु नानक देव साहब जी के पवित्र चरनां विच अपनी हाजरी लवाओ ते आखो जी सतनाम श्री वाहिगुरु साहिब जी। एक ओंकार। महाराज मंगलाचरण कर रहे ने। मंगलाचरण कहंदे करदियां कहंदे एक ओंकार, एक ओंकार, एक अद्वितीय, एक। उसे एक ने ही पसारा पसारिया सारा। एक मेवाए प्रजायति बहुश्यामा। एक ने अगे बहुत कुछ पैदा किया, सारा संसार उस एक दा ही पसारिया पसारा है। ओंकार ब्रह्मा उत्पत, ओंकार किया जन चित, ओंकार सैल जुग भये, ओंकार वेद निर्मय, कीता पसाओ एको
ਕਵਾਓ, ਤਿਸ ਤੇ ਹੋਏ ਲਖ ਦਰਿਆਓ। ਕਵਾਓ, ਇੱਕ ਕਵਾਓ ਬਚਨ ਨਾਲ ਸਾਰਾ ਪਸਾਰਾ ਪਸਾਰਿਆ, ਲੱਖਾਂ ਦਰਿਆ ਉਸ ਦੇ ਇੱਕ ਬਚਨ ਤੋਂ ਪੈਦਾ ਹੋਏ। ਉਹ ਜਿਹੜਾ ਸਭ ਤੋਂ ਪਹਿਲਾ ਇੱਕ ਬਚਨ ਆਪਣੇ ਮੁਖ ਤੋਂ ਉਚਾਰਨ ਕੀਤਾ ਅਕਾਲ ਪੁਰਖ ਨੇ, ਉਹ ਸੀ ਇੱਕ ਓੰਕਾਰ। ਕੋਈ ਪੁੱਛੇ ਸਭ ਤੋਂ ਆਦਿ ਸ਼ਬਦ ਪਰਮਾਤਮਾ ਨੇ ਕਿਹੜਾ ਉਚਾਰਿਆ? ਆਦਿ ਸ਼ਬਦ। ਜਦੋਂ ਸ਼ਬਦ ਇਜ਼ਾਦ ਹੋਏ, ਕਿਉਂਕਿ ਪ੍ਰਕਿਰਤੀ ਬਣੀ, ਪ੍ਰਕਿਰਤੀ ਤੋਂ ਬਾਅਦ ਜੀਵ ਜੰਤੂ ਬਣੇ, ਉਹਨਾਂ ਦੀ ਨਾਦ ਆਵਾਜ਼ ਫਿਰ ਪੈਦਾ ਹੋਈ। ਸਭ ਤੋਂ ਪਹਿਲਾ ਨਾਦ ਕਿਹੜਾ ਸੀ ਪੂਰੇ ਵਿਸ਼ਵ ਨੂੰ? ਪੂਰੇ ਬ੍ਰਹਿਮੰਡ ਦਾ ਸਭ ਤੋਂ ਪਹਿਲਾ ਨਾਦ, ਜਾਂ ਕਹਿ ਲਈਏ ਸਭ ਤੋਂ ਪਹਿਲਾ ਸ਼ਬਦ, ਉਹ ਇਹੀ ਸ਼ਬਦ ਸੀ, ਇੱਕ ਓੰਕਾਰ। ਦੁਨੀਆ ਦੇ ਜਿਤਨੇ ਨਾਦ ਨੇ ਉਹ ਇਸੇ ਨਾਦ ਚ ਉਤਪੰਨ ਹੋਏ ਨੇ। ਹਵਾ ਹੈ, ਹਵਾ ਵਿੱਚ ਵੀ ਨਾਦ ਹੈ, ਚੱਲਦੀ ਹੈ, ਇਹਦੀ ਆਵਾਜ਼ ਆਉਂਦੀ ਹਵਾ ਦੇ ਚੱਲਣ ਦੀ। ਧਰਤੀ, ਧਰਤੀ ਦਾ ਨਾਦ ਹੈ, ਆਕਾਸ਼ ਦਾ ਵੀ ਨਾਦ ਹੈ, ਅਗਨੀ ਦਾ ਵੀ ਨਾਦ ਹੈ, ਜਲ ਦਾ ਵੀ ਨਾਦ ਹੈ, ਜਿਤਨੇ ਜੀਵ ਜੰਤੂ ਨੇ ਸਭ ਦਾ ਨਾਦ ਹੈ। ਪਰ ਇਹ ਸਾਰੇ ਨਾਦ ਇੱਕੋ ਨਾਦ ਚ ਉਤਪੰਨ ਹੋਏ ਨੇ, ਔਰ ਉਹ ਨਾਦ ਹੈ ਇੱਕ ਓੰਕਾਰ। ਇਹੀ ਇੱਕ ਸਭ ਤੋਂ ਪ੍ਰਥਮ ਨਾਦ, ਸਭ ਤੋਂ ਪਹਿਲਾ ਨਾਦ। ਇਹ ਨਾਦ ਅੱਜ ਵੀ ਪੂਰੇ ਬ੍ਰਹਿਮੰਡ ਵਿੱਚ ਗੂੰਜ ਰਿਹਾ ਹੈ, ਔਰ ਇਹ ਨਾਦ ਜਦੋਂ ਤੱਕ ਗੂੰਜੇਗਾ ਪੂਰਾ ਬ੍ਰਹਿਮੰਡ ਉਸ ਨਾਦ ਦੀ ਗਰੋਤਾ ਸ਼ਕਤੀ ਦੇ ਨਾਲ ਇਦਾਂ ਇਕੱਠਾ ਰਹੇਗਾ। ਇਹ ਜਿਤਨੇ ਤਾਰੇ ਆਕਾਸ਼ ਮੰਡਲ ਚ ਚੱਲ ਰਹੇ ਨੇ, ਸੂਰਜ, ਚੰਦਰਮਾ, ਧਰਤੀਆਂ, ਇਹ ਇੱਕ ਡਾਇਰੈਕਸ਼ਨ ਵਿੱਚ ਸਾਰੇ ਗ੍ਰਹਿ ਘੁੰਮ ਰਹੇ ਨੇ। ਉਹ ਨਾਦ ਹੈ, ਉਸ ਨਾਦ ਦੇ ਕਰਕੇ ਸਾਰਾ ਚੱਲ ਰਿਹਾ ਸਭ ਕੁਝ। ਜਿਸ ਦਿਨ ਇਹ ਨਾਦ ਪਰਮੇਸ਼ਰ ਨੇ ਆਪਣੇ ਚ ਮੁੜ ਸਮੇਟ ਲਿਆ, ਉਸ ਦਿਨ ਸਭ ਕੁਝ ਬਿਖਰ ਜਾਏਗਾ। ਉਹਨੂੰ ਕਹਿੰਦੇ ਨੇ, ਜਬ ਆ ਕਰਖ ਕਰਤ ਹੋ ਕਬ ਹੋ, ਤੁਮ ਮੈਂ ਮਿਲਤ ਦੇਹ ਤਰ ਸਭ। ਜਦੋਂ ਨਾਦ ਪੈਦਾ ਕੀਤਾ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰ। ਜਦੋਂ ਨਾਦ ਉਤਪੰਨ ਹੋਇਆ ਤਾਂ ਪ੍ਰਜਾ ਬਣ ਗਈ, ਸਭ ਕੁਝ ਬਣ ਗਿਆ। ਜਿਸ ਦਿਨ ਇਹ ਨਾਦ ਪਰਮੇਸ਼ਰ ਨੇ ਆਪਣੇ ਵਿੱਚ ਸਮੇਟ ਲਿਆ, ਉਸ ਦਿਨ ਸਭ ਕੁਝ ਪਰਲੈ ਚ ਚਲਾ ਜਾਏਗਾ, ਮਹਾਪਰਲੈ ਚ। ਇੱਕ ਦਾ ਮਤਲਬ ਹੈ ਅਦੁੱਤੀ, ਜਿਸ ਵਰਗਾ ਕੋਈ ਦੂਜਾ ਨਹੀਂ ਹੈ। ਓੰਕਾਰ, ਉਤਪਤੀ ਕਰਨ ਵਾਲਾ, ਪਾਲਣਾ ਕਰਨੇ ਵਾਲਾ, ਸੰਘਾਰ ਕਰਨੇ ਵਾਲਾ, ਜੋ ਉਤਪੰਨ ਕਰਦਾ ਹੈ, ਪਾਲਦਾ ਤੇ ਸੰਘਾਰ ਕਰਦਾ। ਫਿਰ ਓੰਕਾਰ ਦਾ ਮਤਲਬ ਹੈ ਜੋ ਸਰਬ ਦਾ ਪ੍ਰਕਾਸ਼ਕ ਹੈ। ਜਿਤਨੇ ਸੰਸਾਰ ਦੇ ਜੀਵ ਹਨ, ਸਭ ਦਾ ਪ੍ਰਕਾਸ਼ ਉਸ ਓੰਕਾਰ ਤੋਂ ਹੈ। ਉਸੇ ਤੋਂ ਪ੍ਰਕਾਸ਼, ਸਾਡੇ ਜਿਹੜੀ ਚੇਤਨਤਾ ਹੈ, ਜਿਹਨੂੰ ਆਪਾਂ ਚੇਤਨ ਸੱਤਾ ਕਹਿੰਦੇ, ਓੰਕਾਰ ਦੀ ਹੈ। ਹਾਂਜੀ। ਸਤਨਾਮ, ਵਾਹਿਗੁਰੂ ਦਾ ਨਾਮ, ਪਰਮੇਸ਼ਰ ਦਾ ਨਾਮ ਹੀ ਸਤ ਹੈ। ਕਿਉਂਕਿ ਜੋ ਆਪ ਸਤ ਹੈ, ਤਦੇ ਉਹਦਾ ਨਾਮ ਸਤ ਹੈ ਨਾ। ਸਤ ਦਾ ਨਾਮ ਵੀ ਸਤ ਹੈ, ਉਹ ਆਪ ਸਤ ਹੈ। ਆਬਾਦ, ਤਰਈ ਕਾਲ ਆਬਾਦਤੰ, ਤਿੰਨਾਂ ਕਾਲਾਂ ਵਿੱਚ ਆਬਾਦ, ਜਿਸ ਦਾ ਨਾਸ਼ ਨਹੀਂ ਹੁੰਦਾ, ਉਹਨੂੰ ਕਹਿੰਦੇ ਨੇ ਸਤ। ਜੋ ਪਹਿਲਾਂ ਵੀ ਸੀ, ਹੁਣ ਵੀ, ਅੱਗੇ ਵੀ ਰਹੇਗਾ। ਆਦ ਸੱਚ ਵਾਹਿਗੁਰੂ, ਜੁਗਾਦ ਸੱਚ ਵਾਹਿਗੁਰੂ। ਆਦ ਸੱਚ ਵਾਹਿਗੁਰੂ, ਜੁਗਾਦ ਸੱਚ ਵਾਹਿਗੁਰੂ। ਆਦ ਸੱਚ ਵਾਹਿਗੁਰੂ,
ਜੁਗਾਦ ਸੱਚ ਵਾਹਿਗੁਰੂ। ਆਦ ਸੱਚ ਵਾਹਿਗੁਰੂ, ਜੁਗਾਦ ਸੱਚ ਵਾਹਿਗੁਰੂ। ਹੈਪੀ ਸੱਚ ਵਾਹਿਗੁਰੂ, ਹੋਸੀ 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 ਸੱਚ ਵਾਹਿਗੁਰੂ। ਜੋ ਤ੍ਰਈ ਕਾਲ ਸਤ ਹੈ, ਉਹਦਾ ਨਾਮ ਵੀ ਸਤ ਹੈ। ਹਾਂਜੀ। ਕਰਤਾ ਪੁਰਖ, ਕਰਤਾ ਕਰਨ ਵਾਲਾ, ਜੋ ਸਭ ਨੂੰ ਕਰਨ ਵਾਲਾ। ਅਸੀਂ ਕ੍ਰਿਤ ਹਾਂ, ਪ੍ਰਮਾਤਮਾ ਕਰਤਾ ਹੈ। ਕ੍ਰਿਤ ਕਦੇ ਕਰਤੇ ਤੋਂ ਵੱਡੀ ਨਹੀਂ ਹੋ ਸਕਦੀ, ਯਾਦ ਰੱਖਣਾ। ਕ੍ਰਿਤ ਕਰਤੇ ਤੋਂ ਵੱਡੀ ਨਹੀਂ ਹੋ ਸਕਦੀ। ਕ੍ਰਿਤ ਕਰਤੇ ਦਾ ਭੇਦ ਨਹੀਂ ਜਾਣ ਸਕਦੀ। ਕੀਤੇ ਹੋਏ ਕੀ ਜਾਣਨਗੇ ਕਰਤੇ ਨੂੰ। ਤੋ ਇਹ ਜਿਤਨੀ ਵੀ ਕ੍ਰਿਤ ਹੈ, ਇਸ ਦਾ ਕਰਤਾ ਪਰਮੇਸ਼ਰ ਹੈ। ਕ੍ਰਿਤ ਵੇਖ ਕੇ ਕਰਤਾ ਚੇਤੇ ਆਉਣਾ ਚਾਹੀਦਾ ਨਾ, ਪਰ ਅਸੀਂ ਤਾਂ ਕੀਤੇ ਨੂੰ ਹੀ ਸਭ ਕੁਝ ਸਮਝ ਲਿਆ। ਜਿਹੜਾ ਕਰਨ ਵਾਲਾ ਕਰਤਾ ਉਹਨੂੰ ਤਾਂ ਜਾਣਿਆ ਹੀ ਨਹੀਂ। ਕੀਤੇ ਕਉ ਮੇਰੇ ਸਮਾਨ, ਕਰਨਹਾਰ ਤ੍ਰਿੜ ਜਾਣੈ। ਕੀਤੇ ਹੋਏ ਨੂੰ ਤਾਂ ਸਮਝ ਲਿਆ ਪਹਾੜ, ਤੇ ਜਿਹੜਾ ਕਰਨ ਵਾਲਾ ਕਰਤਾ ਉਹਨੂੰ ਘਾਹ ਦੇ ਕਿਣਕੇ ਸਮਾਨ। ਹੈ ਨਾ ਹੈਰਾਨੀ। ਗੁਰਮੁਖ ਕ੍ਰਿਤ ਨੂੰ ਵੇਖਦਾ ਤਾਂ ਉਹਨੂੰ ਕਰਤਾ ਚੇਤੇ ਆਉਂਦਾ। ਕ੍ਰਿਤ ਵੇਖ ਕੇ ਕਰਤੇ ਨੂੰ ਯਾਦ ਕਰਨਾ। ਜਦੋਂ ਉਹਦੀ ਕਿਰਤ ਵੇਖੀਏ ਕਿ ਕੈਸੀ ਸੁੰਦਰ ਕਿਰਤ ਹੈ ਪ੍ਰਮਾਤਮਾ ਦੀ। ਆਹਾ, ਇਹ ਕੁਦਰਤ ਤੇ ਸੰਸਾਰ, ਇਹ ਰਚਨਾ, ਕੈਸੀ ਸੁੰਦਰ ਰਚਨਾ ਪਰਮੇਸ਼ਰ ਨੇ ਰਚੀ ਹੈ। ਇਹ ਕ੍ਰਿਤ ਹੈ ਉਸ ਦੀ, ਤੇ ਇਸ ਨੂੰ ਵੇਖ ਕੇ ਕਰਤਾ ਚੇਤੇ ਕਰਨਾ। ਉਹ ਕਰਤਾ ਹੈ। ਕਰਨ ਤੋਂ ਬਾਅਦ ਫਿਰ ਸਾਰਿਆਂ ਵਿੱਚ ਪੁਰਖ ਪੂਰਿਆ ਹੋਇਆ ਹੈ। ਕਰਕੇ ਫਿਰ ਸਾਰਿਆਂ 'ਚ ਪੂਰਿਆ ਹੋਇਆ ਵੀ ਹੈ। ਐਸਾ ਨਹੀਂ ਕਿ ਕਰਨ ਤੋਂ ਬਾਅਦ ਉਹ ਪੂਰਿਆ ਹੋਇਆ ਨਹੀਂ, ਕਰਕੇ ਫਿਰ ਸਾਰਿਆਂ ਵਿੱਚ ਵਿਆਪਕ ਹੈ ਔਰ ਸਾਰਿਆਂ ਵਿੱਚ ਪੂਰਨ ਹੈ। ਹਾਂਜੀ। ਨਿਰਭਉ, ਉਹ ਨਿਰਭਉ ਹੈ, ਡਰ ਤੋਂ ਰਹਿਤ ਹੈ। ਉਹਨੂੰ ਕਿਸੇ ਦਾ ਭਉ ਨਹੀਂ, ਖੌਫ ਨਹੀਂ, ਉਹ ਭੈ ਵਿੱਚ ਨਹੀਂ। ਸ਼ੇਰ ਸੁਪਨੇ ਵਿੱਚ ਵੀ ਕਦੇ ਤਰਸਤ ਨਹੀਂ ਹੁੰਦਾ, ਕਿਉਂਕਿ ਉਹ ਜਾਗਦਿਆਂ ਕਦੇ ਨਹੀਂ ਡਰਦਾ। ਪਰਮਾਤਮਾ ਅਕਾਲ ਪੁਰਖ ਜਿਹੜੀ ਨਿਰਭੈਤਾ ਸੰਸਾਰ ਦੇ ਜੀਵਾਂ ਵਿੱਚ ਹੈ, ਉਸ ਨਿਰਭੈਤਾ ਦਾ ਦਾਤਾ ਹੈ, ਉਸ ਨਿਰਭੈਤਾ ਦਾ ਮਾਲਕ ਹੈ। ਆਪ ਉਹ ਨਿਰਭਉ ਹੈ। ਸਭ ਅੰਦਰ ਉਸੇ ਦਾ ਭੈ ਚੱਲ ਰਿਹਾ ਹੈ। ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰਿ ਜਿਉ ਸੋਏ। ਉਹਦੇ ਭੈ ਵਿੱਚ ਸਾਰਾ ਕੁਝ ਹੈ, ਪਰ ਉਹ ਆਪ ਨਿਰਭਉ ਹੈ। ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲਹਿ ਲਖ ਦਰਿਆਓ, ਭੈ ਵਿੱਚ ਆਢਾਣੇ ਆਕਾਸ਼। ਸਭ ਕੁਝ ਉਸ ਦੇ ਭੈ ਵਿੱਚ ਅਗਨ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾਨ। ਇਹ ਸਭ ਕੁਝ ਉਸ ਦੇ ਭੈ ਵਿੱਚ ਆ, ਔਰ ਉਹ ਆਪ ਨਿਰਭਉ ਹੈ। ਨਿਰਵੈਰ, ਜਿੱਥੇ ਨਿਰਭਉ ਹੈ ਉੱਥੇ ਉਹ ਨਿਰਵੈਰ ਵੀ ਹੈ। ਉਹਦਾ ਕਿਸੇ ਨਾਲ ਵੈਰ ਨਹੀਂ।
ਬੰਦਾ ਕਹਿੰਦਾ ਹੁੰਦਾ ਰੱਬ ਪਤਾ ਨਹੀਂ ਕਿਹੜੇ ਜਨਮ ਦਾ ਵੈਰ ਪਿਆ ਲੈਂਦਾ ਮੇਰੇ ਤੋਂ। ਨਾ ਵੀ ਸੱਜਣਾ, ਤੇਰੇ ਕਰਮ ਹੀ ਤੇਰੇ ਵੈਰੀ ਨੇ, ਪ੍ਰਮਾਤਮਾ ਨਹੀਂ ਵੈਰ ਕਰਦਾ ਕਿਸੇ ਨਾਲ। ਉਹਨੇ ਤਾਂ ਤੈਨੂੰ ਉਹੀ ਦੇਣਾ ਜੋ ਤੂੰ ਬੀਜਿਆ, ਤੇਰੇ ਬੀਜੇ ਹੋਏ ਦਾ ਹੀ ਤੂੰ ਕੱਟ ਰਿਹਾ। ਇਸ ਕਰਕੇ ਵਾਹਿਗੁਰੂ ਦਾ, ਪਰਮੇਸ਼ਰ ਦਾ ਕਿਸੇ ਨਾਲ ਵੀ ਵੈਰ ਨਹੀਂ, ਉਹ ਨਿਰਵੈਰ ਹੈ। ਅਕਾਲ ਮੂਰਤ ਪਰਮਾਤਮਾ ਦੀ ਮੂਰਤ ਅਕਾਲ। ਅਕਾਲ ਦਾ ਮਤਲਬ ਜੋ ਸਮੇਂ ਦੇ ਦਾਇਰੇ ਤੋਂ ਬਾਹਰ ਹੈ। ਕਾਲ ਨਾਮ ਸਮੇਂ ਦਾ ਹੈ। ਹਰ ਚੀਜ਼ ਸਮੇਂ ਦੇ ਵਿੱਚ, ਆਪਾਂ ਸਾਰੇ ਸਮੇਂ ਦੇ ਅੰਦਰ ਆ, ਪਰ ਪ੍ਰਮਾਤਮਾ ਇਸ ਸਮੇਂ ਦੇ ਅਧੀਨ ਨਹੀਂ ਹੈ। ਉਹ ਇਸ ਸਮੇਂ ਦੇ, ਜਿਹੜਾ ਇਹ ਕੈਦਖਾਨਾ ਸਮੇਂ ਦਾ, ਇਹਦੇ ਅੰਦਰ ਨਹੀਂ, ਕੈਦੀ ਨਹੀਂ ਹੈ। ਉਹ ਇਸ ਸਮੇਂ ਤੋਂ ਬਾਹਰ ਹੈ, ਕਿਉਂਕਿ ਸਮਾਂ ਉਸਨੇ ਬਣਾਇਆ, ਸਮੇਂ ਨੇ ਉਸ ਨੂੰ ਨਹੀਂ ਬਣਾਇਆ। ਇਸ ਕਰਕੇ ਉਸ ਦੀ ਜੋ ਮੂਰਤ ਹੈ ਉਹ ਸदैवी ਹੈ, ਕਿਉਂਕਿ ਉਹ ਕਾਲ ਤੋਂ ਰਹਿਤ ਉਹਦੀ ਹਸਤੀ ਹੈ। ਅਜੂਨੀ ਅਜੂਨੀ, ਰੱਬ ਜੂਨੀਆਂ 'ਚ ਨਹੀਂ ਆਉਂਦਾ। ਇਸੇ ਕਰਕੇ ਅਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਇਹ ਕਹਿ ਕੇ ਸੰਬੋਧਨ ਕਰਦੇ ਹਾਂ ਵੀ ਉਹਨਾਂ ਦਾ ਪ੍ਰਕਾਸ਼ ਹੋਇਆ, ਜਨਮ ਨਹੀਂ ਹੋਇਆ। ਰੱਬ ਜੂਨੀ 'ਚ ਨਹੀਂ ਆਉਂਦਾ, ਅਵਤਰਤ ਹੋਇਆ। ਵਾਹਿਗੁਰੂ ਨਿਰਾਕਾਰ ਅਕਾਲ ਪੁਰਖ ਪਰਮੇਸ਼ਰ ਅਜੂਨੀ ਹੈ, ਜੂਨੀਆਂ ਤੋਂ ਰਹਿਤ ਹੈ। ਸੈਭੰ, ਸੈਭੰ ਦਾ ਮਤਲਬ ਸਵਤੇ ਪ੍ਰਕਾਸ਼ ਹੈ, ਆਪਣੇ ਆਪ ਤੋਂ ਬਣਿਆ, ਉਹਨੂੰ ਕਿਸੇ ਨੇ ਨਹੀਂ ਬਣਾਇਆ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ। ਜਦੋਂ ਗੁਰੂ ਪਾਤਸ਼ਾਹ ਤਰਸ ਕਰਦੇ ਨੇ ਤਾਂ ਗੁਰੂ ਦੀ ਕਿਰਪਾ ਦੁਆਰਾ ਤਿਸ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਹ ਮੰਗਲਾਚਰਨ ਕਰਕੇ ਮਹਾਰਾਜ ਜੀ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ। ਰਾਗ ਸੂਹੀ ਮਹੱਲਾ ਪਹਿਲਾ, ਚੌਪਦੇ ਘਰ ਪਹਿਲਾ। ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧ ਕੋ ਜਾਵੋ। ਰਾਗ ਸੂਹੀ ਹੈ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਸ਼ਬਦ ਪ੍ਰਾਰੰਭ ਹੋ ਰਹੇ ਨੇ, 4 ਪਦਿਆਂ ਵਾਲੇ। ਪਹਿਲੇ ਘਰ ਸੁਰਤਾਲ ਵਿੱਚ ਸ਼ਬਦ ਨੂੰ ਗਾਇਨ ਕਰਨਾ ਹੈ। ਫਰਮਾਉਂਦੇ ਹਨ ਭਾਂਡਾ ਧੋਏ। ਸਿੱਧ ਕਹਿੰਦੇ ਜੀ ਤੁਸੀਂ ਫਕੀਰੀ ਦਾ ਦੁੱਧ ਪਾੜ ਦਿੱਤਾ ਗ੍ਰਸਤੀ ਬਣ ਕੇ। ਜੋਗੀ ਕਹਿੰਦੇ ਮਹਾਰਾਜ ਜੀ ਨੂੰ ਸਿੱਧ। ਤੇ ਮੇਰੇ ਪਾਤਸ਼ਾਹ ਕਹਿੰਦੇ ਨਾ ਬਈ ਅਸੀਂ ਫਕੀਰੀ ਦਾ ਦੁੱਧ ਨਹੀਂ ਪਾੜਿਆ, ਦਰਅਸਲ ਤੁਹਾਡੀ ਮਾਂ ਕੁਚੱਜੀ ਸੀ ਜਿਹਨੇ ਤੁਹਾਨੂੰ ਭਾਂਡਾ ਧੋਣ ਦੀ ਜਾਚ ਨਹੀਂ ਦੱਸੀ ਤੇ ਦੁੱਧ ਫਕੀਰੀ ਦਾ ਪਾੜ ਗਿਆ। ਯਾਨੀ ਕਿ ਅੰਤਸ਼ਕਰਨ ਸ਼ੁੱਧ ਨਹੀਂ ਸੀ। ਗਰੀਬ ਨਵਾਜ ਸਾਹਿਬ ਇੱਥੇ ਜਿਹੜਾ ਭਾਂਡਾ ਸ਼ਬਦ ਵਰਤਿਆ ਇਹ ਸਾਡੇ ਅੰਤःਕਰਨ ਲਈ ਵਰਤਿਆ। ਅੰਤःਕਰਨ ਕਿਸ ਨੂੰ ਕਹਿੰਦੇ? ਜੋ ਸਾਡੇ ਅੰਦਰ ਕੰਮ ਕਰਦਾ ਉਹਨੂੰ ਕਹਿੰਦੇ ਨੇ ਅੰਤःਕਰਨ। ਅੰਤः ਅੰਦਰ, ਕਰਨ ਜੋ ਅੰਦਰ ਕੰਮ ਕਰ ਰਿਹਾ ਸਾਡੇ, ਉਹ ਅੰਤःਕਰਨ ਹੈ। ਅੰਤःਕਰਨ ਦੀਆਂ ਬਿਰਤੀਆਂ ਨੇ 4, ਮਨ, ਬੁੱਧ, ਚਿੱਤ ਤੇ ਅਹੰਕਾਰ। ਮਨ ਵਿੱਚ ਅਹੰਕਾਰ ਹੈ, ਬੁੱਧੀ ਵਿੱਚ ਚਿੱਤ ਹੈ। ਅੰਤःਕਰਨ ਦੇ ਭਾਂਡੇ ਨੂੰ ਗੁਰਦੇਵ ਕਹਿੰਦੇ ਨੇ ਧੋਵੋ, ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰੋ, ਫਿਰ ਇਹਦੇ ਵਿੱਚ ਸ਼ੁਭ ਵਾਸ਼ਨਾਵਾਂ ਦੀ ਸੁਗੰਧੀ ਤੁਖਾਵੋ। ਬੈਸ ਧੂਪ, ਬੈਸ ਵਾਸ਼ਨਾ ਸੁਗੰਧੀ ਕਾਦੀ? ਧੂਫ ਦੀ ਸੁਗੰਧੀ। ਕਿਹੜੀ ਧੂਫ? ਸ਼ੁਭ ਵਾਸ਼ਨਾਵਾਂ, ਸ਼ੁਭ ਇੱਛਾਵਾਂ। ਇਹ ਸੁਗੰਧੀ ਇਸ ਅੰਤਸ਼ਕਰਨ ਦੇ ਭਾਂਡੇ 'ਚ ਤੁਖਾ ਕੇ ਫਿਰ ਗੁਰੂ ਦੀ ਸ਼ਰਨ 'ਚ ਉਪਦੇਸ਼ ਰੂਪੀ ਦੁੱਧ ਲੈਣ ਲਈ ਜਾਓ।
ਕਿਉਂਕਿ ਗੰਦੇ ਭਾਂਡੇ ਵਿੱਚ, ਮੈਲੇ ਭਾਂਡੇ 'ਚ ਦੁੱਧ ਪਾਓਗੇ, ਦੁੱਧ ਫਟ ਜਾਏਗਾ। ਜਿਸ ਭਾਂਡੇ 'ਚ ਦੁੱਧ ਪਾਣਾ ਉਸ ਭਾਂਡੇ ਨੂੰ ਪਹਿਲਾਂ ਸਾਫ਼ ਕਰੋ, ਅੰਤःਕਰਨ। ਪੁੱਛਿਆ ਮਹਾਰਾਜ ਅੰਤःਕਰਨ ਕਿਵੇਂ ਸ਼ੁੱਧ ਹੋਵੇਗਾ? ਆਖਿਆ ਅੰਤःਕਰਨ ਦੀ ਸ਼ੁੱਧੀ ਨਿਸ਼ਕਾਮ ਕਰਮਾਂ ਦੁਆਰਾ ਹੋਵੇਗੀ। ਸੇਵਾ ਕੀਤੇ ਆ, ਉਹ ਵੀ ਕਾਮਨਾ ਤੋਂ ਰਹਿਤ ਹੋ ਕੇ, ਨਿਸ਼ਕਾਮ ਹੋ ਕੇ ਸੇਵਾ ਕੀਤੇ ਆ, ਸਿਮਰਨ ਕੀਤੇ ਆ। ਫਿਰ ਗੁਰੂ ਸਾਹਿਬ ਜੀ ਕੋਲ ਉਪਦੇਸ਼ ਰੂਪੀ ਦੁੱਧ ਲਾਇਣ ਵਾਸਤੇ ਆਓ। ਦੂਧ ਕਰਮਾ ਫੁਨ ਸੁਰਤ ਸਮਾਇਣ, ਹੋਏ ਨਿਰਾਸ ਜਮਾਵਹੁ। ਗੁਰੂ ਪਾਤਸ਼ਾਹ ਜੀ ਫਿਰ ਉਪਦੇਸ਼ ਕੀ ਦਿੰਦੇ ਆ? ਦੁੱਧ ਕਿਹੜਾ ਪਾਉਂਦੇ ਅੰਤःਕਰਨ 'ਚ? ਕਰਮਾਂ ਦਾ ਦੁੱਧ, ਕਿ ਬਈ ਸਿੱਖਾ ਆਹ ਕਰਮ ਕਰਨੇ ਅੱਜ ਤੋਂ ਬਾਅਦ ਤੋਂ। ਉਹ ਹੈ ਦੂਧ ਕਰਮ, ਕਰਮਾਂ ਦਾ ਦੁੱਧ ਪਾ ਲਿਆ। ਫਿਰ ਉਹਦੇ ਵਿੱਚ ਪ੍ਰੇਮ ਦੀ ਜਾਗ ਲਾਉਣੀ ਹੈ। ਫੁਨ ਸੁਰਤ ਸਮਾਇਣ, ਸੁਰਤ ਸ੍ਰੇਸ਼ਟ ਪ੍ਰੀਤ, ਜਿਹੜੇ ਕਰਮ ਗੁਰੂ ਸਾਹਿਬ ਨੇ ਕਹੇ ਨੇ ਉਹ ਪ੍ਰੇਮ ਨਾਲ ਕਰਨੇ। ਇਹ ਮਾਨੋ ਉਸ ਕਰਮਾਂ ਦੇ ਦੁੱਧ ਨੂੰ ਜਾਗ ਲਾ ਦਿੱਤੀ ਹੈ, ਸਮਾਇਣ, ਜਾਗ ਲਾ ਦਿੱਤੀ। ਹੋਏ ਨਿਰਾਸ ਜਮਾਵ, ਸੰਸਾਰ ਵੱਲੋਂ ਨਿਰਾਸ ਹੋ ਕੇ, ਉਪਰਾਮ ਹੋ ਕੇ ਫਿਰ ਇਸ ਦੁੱਧ ਨੂੰ ਜੰਮਣੇ ਰੱਖੋ, ਫਿਰ ਇਹਨੂੰ ਜਮਾਵੋ। ਹਾਂਜੀ। ਜਪੋ ਤਾ ਇੱਕੋ ਨਾਮਾ, ਜਪਣਾ ਹੈ ਤਾਂ ਇੱਕ ਨਾਮ ਜਪੋ ਪਰਮੇਸ਼ਰ ਦਾ, ਅਕਾਲ ਪੁਰਖ ਦਾ। ਵਾਹਿਗੁਰੂ 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 ਵਾਹਿਗੁਰੂ। ਜਪੋ ਤਾਂ ਇੱਕੋ ਨਾਮਾ, ਜਪੋ ਤਾਂ ਇੱਕੋ ਨਾਮਾ, ਜਪੋ ਤਾਂ ਇੱਕੋ ਨਾਮਾ, ਜਪੋ ਤਾ ਇੱਕੋ ਨਾਮਾ, ਜਪੋ ਤਾ ਇੱਕੋ ਨਾਮਾ, ਜਪੋ ਤਾਂ ਇੱਕੋ ਨਾਮਾ, ਜਪੋ ਤਾਂ ਇੱਕੋ ਨਾਮਾ, ਜਪੋ ਤਾ ਇੱਕੋ ਨਾਮਾ, ਜਪੋ ਤਾ ਇੱਕੋ ਨਾਮਾ। ਜੀ ਅਵਰ ਨਿਰਾਫਲ ਕਾਮਾ, ਅਵਰ ਨਿਰਾਫਲ ਕਾਮਾ, ਅਵਰ ਨਿਰਾਫਲ ਕਾਮਾ, ਅਵਰ ਨਿਰਾਫਲ ਕਾਮਾ। ਜੀ ਅਵਰ ਨਿਰਾਫਲ ਕਾਮਾ, ਅਵਰ ਨਿਰਾਫਲ ਕਾਮਾ, ਅਵਰ ਨਿਰਾਫਲ ਕਾਮਾ, ਅਵਰ ਨਿਰਾਫਲ ਕਾਮਾ। ਜਪੋ ਭਾਈ, ਇੱਕ ਨਾਮ ਨੂੰ ਜਪੋ, ਅਕਾਲ ਪੁਰਖ ਜੀ ਦੇ ਨਾਮ ਦੀ ਆਰਾਧਨਾ ਕਰੋ। ਅਵਰ ਨਿਰਾਫਲ ਕਾਮਾ, ਬਾਕੀ ਦੁਨੀਆ ਦੇ ਜਿਤਨੇ ਕੰਮ ਨੇ ਨਾਮ ਜਪਣ ਤੋਂ ਬਿਨਾਂ ਨਿਰਾਫਲ ਨੇ, ਕਿਉਂਕਿ ਪਰਲੋਕ ਵਿੱਚ ਉਹਨਾਂ ਦਾ ਕੋਈ ਫਲ ਨਹੀਂ। ਉੱਥੇ ਤਾਂ ਹਰੀ ਦਾ ਨਾਮ ਹੀ ਨਿਭਣਾ ਨਾਲ, ਜਹ ਮਾਤ ਪਿਤਾ ਸੁਤ ਮੀਤ ਨਾ ਪਾਈ। ਨਾਮ ਜਪੇ ਬਿਨਾ ਬਾਕੀ ਦੇ ਜਿਤਨੇ ਵੀ ਕੰਮ ਨੇ ਉਹ ਨਿਰਾਫਲ ਹਨ। ਰਹਾਉ ਇਹੋ ਮਨ ਈਟੀ ਹਾਥ ਕਰੋ ਪੁਨਾ, ਨਿਤਰੋ ਨੀਂਦ ਨਾ ਆਵੇ। ਜਦੋਂ ਦੁੱਧ ਧਰ ਦਿੱਤਾ ਜੰਮਣ, ਦੁੱਧ ਜੰਮ ਗਿਆ, ਫਿਰ ਉਹਨੂੰ ਰਿੜਕਣਾ। ਰਿੜਕਣ ਲਈ ਚਾਹੀਦੀ ਆ ਮਧਾਣੀ। ਮਧਾਣੀ ਵਿੱਚ ਹੁੰਦੀ ਆ ਰੱਸੀ। ਉਸ ਰੱਸੀ ਦੇ ਦੋ ਸਿਰਿਆਂ ਤੇ ਲੱਗੀਆਂ ਹੁੰਦੀਆਂ ਨੇ ਲੱਕੜ ਦੀਆਂ ਕੋਈ 2-2, 2.5 ਇੰਚ ਦੀਆਂ ਗੁਲੀਆਂ। ਹੁਣ ਉਹਦੇ ਬਾਰੇ ਦੱਸ ਰਹੇ ਨੇ। ਇਹੋ ਮਨ ਈਂਟੀ ਹਾਥ ਕਰੋ। ਮਨ ਤੇ ਬੁੱਧੀ, ਇਹ ਦੋ ਗੁਲੀਆਂ ਨੇ ਉਸ ਮਧਾਣੀ ਦੀਆਂ, ਰੱਸੀ ਨਾਲ ਲੱਗੀਆਂ ਹੋਈਆਂ।
ਇਹ ਦੋ ਹੱਥਾਂ ਵਿੱਚ ਫੜਨੀਆਂ ਨੇ, ਕਿਉਂਕਿ ਦੋ ਗੋਲੀਆਂ ਨੇ, ਮਨ ਤੇ ਬੁੱਧੀ ਦੋ ਹੱਥਾਂ ਵਿੱਚ ਹੀ ਫੜਨੀਆਂ ਨੇ। ਦੋ ਹੱਥ ਕਿਹੜੇ ਨੇ? ਸ਼ਰਧਾ ਤੇ ਨਿਸ਼ਚਾ। ਸ਼ਰਧਾ ਤੇ ਨਿਸ਼ਚੇ ਰੂਪੀ ਹੱਥਾਂ ਵਿੱਚ, ਮਨ 'ਚ ਸ਼ਰਧਾ ਤੇ ਬੁੱਧੀ 'ਚ ਨਿਸ਼ਚਾ, ਇਹ ਦੋਵਾਂ ਨੂੰ ਗ੍ਰਹਿਣ ਕਰ। ਸ਼ਰਧਾ ਤੇ ਨਿਸ਼ਚੇ ਰੂਪੀ ਹੱਥਾਂ ਵਿੱਚ ਫੜ ਕੇ ਫਿਰ ਇਹਦੇ ਵਿੱਚ ਨੇਤਰਾ। ਨੇਤਰਾ ਕਿਹੜਾ ਹੁੰਦਾ? ਰੱਸੀ। ਉਹਦੇ 'ਚ ਰੱਸੀ ਕਿਹੜੀ ਹੈ? ਉਹ ਪਾਈ ਹੋਈ ਮਧਾਣੀ 'ਚ। ਇਹਦੇ 'ਚ ਪਾਈ ਹੋਈ ਰੱਸੀ ਹੈ ਕਿ ਨੀਂਦ ਨਾ ਆਵੇ, ਰੱਬ ਦੀ ਬੰਦਗੀ ਕਰਦਿਆਂ ਆਲਸੀ ਨਾ ਹੋਈਏ, ਦਲਿਦਰੀ ਨਾ ਹੋਈਏ। ਪੁਨ ਨੇਤਰੋ ਨੀਂਦ ਨਾ ਆਵੇ। ਫਿਰ ਨੇਤਰਾ ਕਿਹੜਾ? ਕਿ ਨੀਂਦ ਨਾ ਆਵੇ, ਭਾਵ ਆਲਸੀ ਨਾ ਹੋਈਏ। ਜਦੋਂ ਇਹ ਮਧਾਣੀ ਪੈ ਗਈ ਫਿਰ ਉਹਨੂੰ ਰਿੜਕਣਾ। ਰਿੜਕਣਾ ਕਿਵੇਂ ਦੱਸਦੇ ਨੇ? ਰਸਨਾ ਨਾਮ ਜਪੋ ਤਬ ਮਥਿਐ, ਇਨ ਬਿਦ ਅੰਮ੍ਰਿਤ ਪਾਵੋ। ਰਸਨਾ ਨਾਲ ਵਾਹਿਗੁਰੂ 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 ਨਾਮ ਜਪਣਾ। ਕਹਿੰਦੇ ਇਹ ਮਾਨੋ ਫਿਰ ਇਸ ਦੁੱਧ ਨੂੰ, ਇਸ ਦਹੀਂ ਨੂੰ ਰਿੜਕਣਾ। ਮਥੀਐ, ਇਹ ਰਿੜਕਣਾ। ਤੇ ਜਦੋਂ ਰਿੜਕੀ ਜਾਏਗੀ, ਇਹ ਦੁੱਧ ਰਿੜਕਿਆ ਜਾਏਗਾ, ਫਿਰ ਇਹਦੇ ਵਿੱਚੋਂ ਅੰਮ੍ਰਿਤ ਮਿਲੇਗਾ, ਮੱਖਣ ਮਿਲੇਗਾ, ਘਿਓ ਪ੍ਰਾਪਤ ਹੋਵੇਗਾ। ਪਰ ਸਹਿਜ ਮਥਣਾ, ਸਹਿਜ ਦੁਆਰਾ। ਵੇਖਿਓ ਕਿਤੇ ਕਾਲੀ ਕਰਦਿਆਂ ਚਾਟੀ ਟੁੱਟ ਜਾਏ, ਮਧਾਣੀ ਖਿੰਡ ਜਾਏ ਤੇ ਹਾਸਲ ਕੁਝ ਵੀ ਨਾ ਹੋਵੇ, ਕਿਉਂਕਿ ਇਹ ਗੁਰਮਤ ਦਾ ਮਾਰਗ ਹੈ, ਸਹਿਜ ਦਾ ਮਾਰਗ ਹੈ। ਇੱਥੇ ਕਾਲ ਕੀਤਿਆਂ ਗੱਲ ਨਹੀਂ ਬਣਦੀ। ਇੱਥੇ ਤਾਂ ਇਤਨਾ ਸੰਜਮ, ਇਤਨਾ ਸਹਿਜ ਹੈ। ਭਾਈ ਗੁਰਦਾਸ ਜੀ ਕਹਿੰਦੇ, ਮਹਾਰਾਜ ਤੁਸੀਂ ਕਹਿ ਦਿਓ ਕਿ ਤੈਨੂੰ ਤਾਰਨਾ ਹੈ, ਤੁਹਾਡੇ ਉਹਨਾਂ ਬਚਨਾਂ ਤੇ ਯਕੀਨ ਕਰਕੇ ਕਿ ਤੁਸੀਂ ਮੈਨੂੰ ਤਾਰੋਗੇ। ਅਗਰ ਮੈਨੂੰ ਇੰਨੇ ਜਨਮ ਲੈਣੇ ਪੈਣ ਜਿੰਨੇ ਬੋੜ ਦੀਆਂ ਨਮੋਲੀਆਂ 'ਚ ਬੀਜ ਨੇ, ਪਰ ਮੈਂ ਆਪਣਾ ਸੰਜਮ ਤੇ ਸਹਿਜ ਨਹੀਂ ਛੱਡਾਂਗਾ। ਉਹ ਜਨਮ ਲੈਣ ਨੂੰ ਤਿਆਰ ਹਾਂ, ਪਰ ਮੇਰੇ ਅੰਦਰ ਸਹਿਜ ਏਦਾਂ ਹੀ ਰਹੇਗਾ ਕਿ ਤੁਸੀਂ ਮੈਨੂੰ ਤਾਰੋਗੇ ਇੰਨੇ ਜਨਮਾਂ ਬਾਅਦ। ਤੇ ਅਸੀਂ ਤਾਂ 5-7 ਸਾਲ 10 ਸਾਲ ਭਜਨ ਕਰ ਲਈਏ, ਕਹਿੰਦੇ ਜੀ ਬਣੀ ਨਹੀਂ ਕਰਨਾ। ਇਸ ਕਰਕੇ ਇਹ ਸਹਿਜ ਦਾ ਮਾਰਗ ਹੈ। ਚਲੇ ਚਲੋ, ਕਾਲੇ ਨਹੀਂ ਪੈਣਾ, ਉਤਾਵਲੇ ਨਹੀਂ ਹੋਣਾ, ਕਿਤੇ ਤਤ ਨਾ ਚਲਾ ਜਾਏ। ਕਿਉਂਕਿ ਬਹੁਤੇ ਲੋਕ ਜਦੋਂ ਕਾਲੇ ਤੇ ਉਤਾਵਲੇ ਹੁੰਦੇ ਨੇ, ਮੈਂ ਉਹਨਾਂ ਲੋਕਾਂ ਨੂੰ ਨਾਸਤਕ ਬਣਦਿਆਂ ਵੀ ਵੇਖਿਆ। ਕਹਿੰਦੇ ਹੈ ਹੀ ਨਹੀਂ ਜੀ ਰੱਬ ਜੀ, ਅਸੀਂ ਬਥੇਰਾ ਭਜਨ ਕਰਕੇ, ਇਹ ਤਾਂ ਬਸ ਵਿਹਲਿਆਂ ਦਾ ਕੰਮ ਹੈ। ਇਹ ਸਹਿਜ ਦਾ ਮਾਰਗ ਹੈ। ਗੁਰਦੇਵ ਕਹਿੰਦੇ ਸਹਿਜ ਨਾਲ ਮਥੀ ਚੱਲੋ, ਟੁਰੇ ਰਹੋ, ਕਿਉਂਕਿ ਪੈਂਡਾ ਲੰਮਾ ਹੈ। ਅਖੀਰ ਕਿਤੇ ਪਹੁੰਚੋਗੇ, ਟਿਕਾਣੇ ਤੇ ਪਹੁੰਚੋਗੇ। ਹਾਂਜੀ। ਮਨ ਸੰਪਟ ਜਿਤ ਸਤ ਸਰ ਨਾਵਣ, ਪਾਵਨ ਪਾਤੀ ਤ੍ਰਿਪਤ ਕਰੇ। ਇਸ ਤਰ੍ਹਾਂ ਤੁਹਾਨੂੰ ਨਿਜ ਸਰੂਪ ਦਾ ਅੰਮ੍ਰਿਤ ਮਿਲ ਜਾਏਗਾ, ਆਤਮਾ ਦਾ ਸਾਖਸ਼ਾਤਕਾਰ ਹੋ ਜਾਏਗਾ। ਫਿਰ ਪਾਤਸ਼ਾਹ ਕਹਿੰਦੇ ਪੂਜਾ ਕਰਨੀ ਤੇ ਪੂਜਾ ਦਾ ਡੱਬਾ ਬਣਾਓ ਇਸ ਮਨ ਨੂੰ। ਇਹ ਮਨ ਡੱਬਾ ਹੈ। ਸਾਧ ਸੰਗਤ ਵਿੱਚ ਜਾ ਕੇ ਕਥਾ ਕੀਰਤਨ ਸੁਣਨਾ ਇਸ਼ਨਾਨ ਹੈ। ਔਰ ਫਿਰ ਇਸ ਪੂਜਾ ਦੇ ਡੱਬੇ ਵਿੱਚ ਜਿਹੜੀ ਸਾਹਿਬ ਦੀ ਭਾਵਨਾ ਹੈ, ਉਹ ਪੱਤੀਆਂ ਰੱਖੀਆਂ ਹੋਈਆਂ ਨੇ, ਫੁੱਲ ਰੱਖੇ ਹੋਏ ਨੇ। ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਨ ਬਿਦ ਸਾਹਿਬ ਰਵਤ ਰਹਿ। ਤ੍ਰਿਪਤੀ ਰੱਖਣੀ, ਇਹ ਭਾਵਨਾ ਦੀਆਂ ਪੱਤੀਆਂ ਹਨ। ਫਿਰ ਪ੍ਰਾਣਾਂ ਦੇ ਅੰਤ ਤੱਕ ਪੂਜਾ ਕਰਨੀ। ਜਦੋਂ ਤੱਕ ਇਹ ਸਰੀਰ 'ਚ ਪ੍ਰਾਣ ਚੱਲਦੇ ਨੇ, ਉਦੋਂ ਤੱਕ ਸਾਹਿਬ ਨੂੰ ਸੇਵਣਾ, ਇਹ ਪੂਜਾ ਹੈ। ਜਦੋਂ ਇਸ ਪ੍ਰਕਾਰ ਨਾਲ ਕੋਈ ਉਸ ਸਾਹਿਬ 'ਚ ਰਮ ਜਾਂਦਾ ਹੈ,
ਉਹੀ ਉਹਦੇ ਵਿੱਚ ਅਭੇਦ ਹੁੰਦਾ ਹੈ। ਕਹਿ ਦੇ ਕਹੇ ਕਹਿ ਜਾਵੈ। ਬੜੇ ਨੇ ਜਿਹੜੇ ਪਹਿਲਾਂ ਕਹਿ ਕੇ ਗਏ ਨੇ, ਬੜੇ ਨੇ ਜਿਹੜੇ ਹੁਣ ਕਹਿ ਰਹੇ ਨੇ, ਤੇ ਬੜੇ ਨੇ ਜਿਹੜੇ ਆਉਣ ਵਾਲੇ ਸਮੇਂ ਵਿੱਚ ਵੀ ਕਹਿਣਗੇ। ਕੀ ਕਹਿ ਕੇ ਗਏ ਨੇ, ਕੀ ਕਹਿ ਰਹੇ ਨੇ ਤੇ ਕੀ ਕਹਿਣਗੇ, ਦੱਸਦੇ ਹਨ। ਤੁਮ ਸਰ ਅਵਰ ਨਾ ਕੋਈ। ਇਹ ਵਾਹਿਗੁਰੂ ਤੁਹਾਡੇ ਵਰਗਾ ਕੋਈ ਨਹੀਂ। ਬੜੇ ਪਹਿਲਾਂ ਵੀ ਕਹਿ ਕੇ ਗਏ ਨੇ, ਬੜੇ ਹੁਣ ਵੀ ਕਹਿ ਰਹੇ ਨੇ, ਅੱਗੇ ਵੀ ਕਹਿਣਗੇ, ਤੁਹਾਡੇ ਵਰਗਾ ਕੋਈ ਨਹੀਂ, ਕੋਈ ਨਹੀਂ। ਤੁਮ ਸਾਰੇ ਅਵਰ ਨਾ ਕੋਈ। ਮਹਾਰਾਜ ਤੁਹਾਡੇ ਸਦ੍ਰਿਸ਼ ਕੋਈ ਦੂਜਾ ਨਹੀਂ ਹੈ। ਭਗਤ ਹੀਣ ਨਾਨਕ ਜਨ ਜੰਪੈ। ਹਉਸਾ ਲਾਹੀ ਸੱਚਾ ਸੋਈ। ਮੈਂ ਭਗਤੀ ਤੋਂ ਹੀਣਾ ਆਪ ਜੀ ਦੇ ਨਾਮ ਨੂੰ ਜਪਦਾ ਹਾਂ। ਹੇ ਵਾਹਿਗੁਰੂ ਸੱਚੇ ਸਾਹਿਬ ਜੀ, ਮੈਂ ਤੁਹਾਨੂੰ ਸਲਾਹੁੰਦਾ ਹਾਂ, ਮੇਰੇ ਤੇ ਤਰਸ ਕਰੋ। ਤੁਮ ਸਾਰੇ ਆਵਰ ਨਾ ਕੋਈ, ਤੁਮ ਸਾਰੇ ਆਵਰ ਨਾ ਕੋਈ। ਤੁਮ ਸਾਰੇ ਅਵਰ ਨਾ ਕੋਈ। ਤੁਮ ਸਾਰੇ ਅਵਰ ਨਾ ਕੋਈ। ਤੁਮ ਸਾਰੇ ਆਵਰ ਨਾ ਕੋਈ। ਤੁਮ ਸਾਰੇ ਆਵਰ ਨਾ ਕੋਈ। ਤੁਮ ਸਾਰੇ ਅਵਰ ਨਾ ਕੋਈ। ਤੁਮ ਸਾਰੇ ਅਵਰ ਨਾ ਕੋਈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।